ਅੱਜ ਆਪਾਂ ਇੱਕ ਬੜੀ ਹੀ ਦਿਲਚਸਪ ਥਿਊਰੀ ਤੇ ਗੱਲ ਕਰਨ ਜਾ ਰਹੇ ਹਾਂ। ਇੱਕ ਅਜਿਹਾ ਆਈਡੀਆ ਜੋ ਦੁਨੀਆ ਦੇ ਵੱਡੇ-ਵੱਡੇ ਸੰਕਟਾਂ ਨੂੰ ਸੁਲਝਾਉਣ ਦਾ ਇੱਕ ਬਿਲਕੁਲ ਹੀ ਵੱਖਰਾ ਰਾਹ ਦੱਸਦਾ ਹੈ। ਮਤਲਬ ਇਹ ਉਹਨਾਂ ਚੀਜ਼ਾਂ ਨੂੰ ਆਪਸ ਵਿੱਚ ਜੋੜਦਾ ਹੈ ਜਿਨ੍ਹਾਂ ਬਾਰੇ ਆਪਾਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਜੁੜ ਸਕਦੀਆਂ ਨੇ। ਤਾਂ ਫਿਰ ਸੋਚ ਕੇ ਦੇਖੋ, ਸੰਗੀਤ, ਬਾਇਓਲੋਜੀ ਤੇ ਪੇਟੈਂਟ ਦੇ ਕਾਨੂੰਨ, ਇਹਨਾਂ ਤਿੰਨਾਂ ਦਾ ਭਲਾ ਕਿਸੇ ਮਹਾਮਾਰੀ ਦੇ ਇਲਾਜ ਨਾਲ ਕੀ ਸਬੰਧ ਹੋ ਸਕਦਾ ਹੈ? ਹੈ ਨਾ ਅਜੀਬ ਸਵਾਲ, ਪਰ ਯਕੀਨ ਮੰਨੋ ਇਸੇ ਸਵਾਲ ਦੇ ਜਵਾਬ ਵਿੱਚ ਹੀ ਸਾਰੀ ਕਹਾਣੀ ਛੁਪੀ ਹੋਈ ਹੈ। ਚਲੋ ਸ਼ੁਰੂ ਕਰਦੇ ਹਾਂ। ਇਹ ਸਾਰੀ ਗੱਲ ਦੀ ਤਹਿ ਤੱਕ ਜਾਣ ਲਈ ਨਾ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਜਿਸ ਮਸਲੇ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਅਸਲ ਵਿੱਚ ਹੈ ਕਿੰਨਾ ਵੱਡਾ। ਦੇਖੋ, ਇਹ ਗੱਲ ਸਿਰਫ ਕੋਵਿਡ-19 ਦੀ ਨਹੀਂ ਹੈ। ਨਹੀਂ, ਇਸ ਥਿਊਰੀ ਦੇ ਮੁਤਾਬਿਕ ਅਸਲ ਚੁਣੌਤੀ ਤਾਂ ਬਹੁਤ ਵੱਡੀ ਹੈ। ਇੱਕ ਪਾਸੇ ਕੋਵਿਡ ਦੀਆਂ ਨਵੀਆਂ-ਨਵੀਆਂ ਲਹਿਰਾਂ, ਨਾਲ ਹੀ ਬਲੈਕ ਫੰਗਸ ਵਰਗੀਆਂ ਹੋਰ ਬਿਮਾਰੀਆਂ, ਤੇ ਗੱਲ ਇੱਥੇ ਹੀ ਨਹੀਂ ਰੁਕਦੀ। ਇਹ ਥਿਊਰੀ ਇਸ ਨੂੰ ਐਕਸ ਕ੍ਰੋਮੋਸੋਮ ਨਾਲ ਵੀ ਜੋੜਦੀ ਹੈ, ਜਿਸ ਕਰਕੇ ਸ਼ਾਇਦ ਮਰਦਾਂ ਤੇ ਜ਼ਿਆਦਾ ਅਸਰ ਹੁੰਦਾ ਹੈ। ਪਰ ਸਭ ਤੋਂ ਵੱਡਾ ਖਤਰਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਧਰਤੀ ਤੇ ਹੋ ਰਹੀ 6ਵੀਂ ਵੱਡੀ ਤਬਾਹੀ ਦਾ ਹਿੱਸਾ ਮੰਨਿਆ ਗਿਆ ਹੈ। ਖੈਰ, ਹੁਣ ਜਦੋਂ ਸਮੱਸਿਆ ਇੰਨੀ ਵੱਡੀ ਹੈ ਤਾਂ ਇਸ ਦਾ ਹੱਲ ਵੀ ਕੋਈ ਆਮ ਨਹੀਂ ਹੋ ਸਕਦਾ। ਤਾਂ ਇਸ ਸੰਕਟ ਦੇ ਹੱਲ ਵਜੋਂ ਇੱਕ ਬਹੁਤ ਹੀ ਖਾਸ ਆਈਡੀਆ ਪੇਸ਼ ਕੀਤਾ ਗਿਆ ਹੈ। ਇਸ ਨੂੰ ਕਹਿੰਦੇ ਨੇ 5th ਡਾਇਮੈਂਸ਼ਨ DNA ਹਾਈਪੋਥੈਸਿਸ, ਯਾਨੀ 5D DNA ਥਿਊਰੀ। ਤੇ ਇਹ ਬਾਇਓਲੋਜੀ ਨੂੰ ਦੇਖਣ ਦਾ ਇੱਕ ਬਿਲਕੁਲ ਹੀ ਨਵਾਂ ਨਜ਼ਰੀਆ ਹੈ। ਤਾਂ ਸਵਾਲ ਉੱਠਦਾ ਹੈ ਕਿ ਆਖਿਰ ਇਹ 5D DNA ਸਿਸਟਮ ਹੈ ਕੀ? ਦੇਖੋ, ਜੇ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਇਹ ਥਿਊਰੀ ਕਹਿੰਦੀ ਹੈ ਕਿ ਸਾਡੇ DNA ਦੇ ਸਿਰਫ 4 ਨਹੀਂ, ਸਗੋਂ 5 ਪਹਿਲੂ ਹੁੰਦੇ ਨੇ। ਇੱਕ ਪੰਜਵਾਂ ਪਹਿਲੂ ਵੀ ਹੈ। ਤੇ ਇਸ ਥਿਊਰੀ ਦੇ ਹਿਸਾਬ ਨਾਲ ਜੇ ਆਪਾਂ ਬਿਮਾਰੀਆਂ ਨਾਲ ਲੜਨ ਲਈ ਨਵੀਂ ਪੀੜ੍ਹੀ ਦੀਆਂ ਵੈਕਸੀਨਾਂ ਤੇ ਦਵਾਈਆਂ ਬਣਾਉਣੀਆਂ ਚਾਹੁੰਦੇ ਹਾਂ ਤਾਂ ਸਾਨੂੰ ਇਸ 5ਵੇਂ ਪਹਿਲੂ ਨੂੰ ਸਮਝਣਾ ਹੀ ਪਵੇਗਾ। ਇਹ ਬਹੁਤ ਜ਼ਰੂਰੀ ਹੈ। ਅੱਛਾ, ਤਾਂ ਹੁਣ ਗੱਲ ਕਰਦੇ ਹਾਂ ਕਿ ਇਹ ਪੂਰਾ ਸਿਸਟਮ ਬਣਦਾ ਕਿਵੇਂ ਹੈ। ਇਸ ਦੀ ਨੀਂਹ, ਇਸ ਥਿਊਰੀ ਦੀ ਬੁਨਿਆਦ ਸਿਰਫ 2 ਚੀਜ਼ਾਂ ਤੇ ਟਿਕੀ ਹੋਈ ਹੈ। ਪਹਿਲਾ ਕਣ ਯਾਨੀ ਪਾਰਟੀਕਲਸ ਅਤੇ ਦੂਜਾ ਲਹਿਰਾਂ ਯਾਨੀ ਵੇਵਸ। ਇਸ ਨੂੰ ਸਮਝਣ ਲਈ ਨਾ ਸਾਨੂੰ 3 ਤਰ੍ਹਾਂ ਦੇ ਘੋਲ ਯਾਨੀ ਸੋਲਿਊਸ਼ਨਸ ਬਾਰੇ ਜਾਣਨਾ ਪਵੇਗਾ। ਪਹਿਲੇ ਹੁੰਦੇ ਨੇ ਹਾਈਡਰੋਫੋਬਿਕ, ਸੌਖਾ ਮਤਲਬ ਜਿਹੜੇ ਪਾਣੀ ਤੋਂ ਦੂਰ ਭੱਜਦੇ ਨੇ, ਜਿਵੇਂ ਤੇਲ। ਦੂਜੇ ਹੁੰਦੇ ਨੇ ਹਾਈਡਰੋਫਿਲਿਕ, ਯਾਨੀ ਜਿਹੜੇ ਪਾਣੀ ਨੂੰ ਪਿਆਰ ਕਰਦੇ ਨੇ, ਉਸ ਵੱਲ ਖਿੱਚੇ ਜਾਂਦੇ ਨੇ। ਤੇ ਤੀਜੇ ਨੇ ਐਮਫੀਫਿਲਿਕ। ਇਹਨਾਂ 'ਚ ਦੋਵੇਂ ਖੂਬੀਆਂ ਹੁੰਦੀਆਂ ਨੇ ਤੇ ਇਹ ਠੀਕ ਉਸ ਜਗ੍ਹਾ ਤੇ ਬਣਦੇ ਨੇ ਜਿੱਥੇ ਪਹਿਲੇ ਦੋਵੇਂ ਮਿਲਦੇ ਨੇ। ਹੁਣ ਦੇਖੋ, ਜਦੋਂ ਉਹ ਪਾਣੀ ਤੋਂ ਦੂਰ ਭੱਜਣ ਵਾਲਾ ਘੋਲ ਤੇ ਪਾਣੀ ਵੱਲ ਖਿੱਚੇ ਜਾਣ ਵਾਲਾ ਘੋਲ ਆਪਸ ਵਿੱਚ ਮਿਲਦੇ ਨੇ ਤਾਂ ਪਤਾ ਕੀ ਹੁੰਦਾ ਹੈ? ਇੱਕ ਬਹੁਤ ਹੀ ਖਾਸ ਕਿਸਮ ਦੇ ਕਣ ਬਣਦੇ ਨੇ। ਇਹਨਾਂ ਨੂੰ ਕਹਿੰਦੇ ਨੇ ਜੇਨਸ ਪਾਰਟੀਕਲਸ। ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਨਾਂ ਦੇ 2 ਵੱਖਰੇ-ਵੱਖਰੇ ਚਿਹਰੇ ਹੁੰਦੇ ਨੇ ਤੇ ਇਹ ਮੰਨਿਆ ਜਾਂਦਾ ਹੈ ਕਿ ਭਵਿੱਖ ਦੇ ਨਵੇਂ ਇਲਾਜਾਂ ਵਿੱਚ ਇਹ ਬਹੁਤ ਵੱਡਾ ਰੋਲ ਨਿਭਾਉਣਗੇ। ਪਰ ਇੱਕ ਮਿੰਟ, ਇਹ ਪਾਰਟੀਕਲ ਬਣ ਤਾਂ ਗਏ, ਪਰ ਇਹਨਾਂ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ? ਇੱਥੇ ਆਉਂਦੀ ਹੈ ਕਹਾਣੀ ਦੀ ਅਗਲੀ ਕੜੀ, ਸਾਈਮੈਟਿਕਸ। ਹੁਣ ਸਾਈਮੈਟਿਕਸ ਕੀ ਹੈ? ਇਹ ਆਵਾਜ਼ ਅਤੇ ਕੰਪਨ ਯਾਨੀ ਵਾਈਬ੍ਰੇਸ਼ਨਸ ਦੀ ਪੜ੍ਹਾਈ ਹੈ। ਇੱਕ ਅਜਿਹਾ ਤਰੀਕਾ ਜਿਸ ਨਾਲ ਆਪਾਂ ਆਵਾਜ਼ ਦੀਆਂ ਲਹਿਰਾਂ ਨੂੰ ਦੇਖ ਸਕਦੇ ਹਾਂ। ਤੇ ਥਿਊਰੀ ਇਹ ਕਹਿੰਦੀ ਹੈ ਕਿ ਇਹਨਾਂ ਪਾਰਟੀਕਲਸ ਨੂੰ ਕਾਬੂ ਕਰਨ ਲਈ ਤੇ ਦਵਾਈਆਂ ਨੂੰ ਅਸਰਦਾਰ ਬਣਾਉਣ ਲਈ ਸਾਨੂੰ ਸਾਈਮੈਟਿਕਸ ਦੀ ਤਾਕਤ ਦੀ ਲੋੜ ਪਵੇਗੀ ਹੀ ਪਵੇਗੀ। ਤੇ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਇਸ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਮਤਲਬ ਇਸ ਰਿਸਰਚ ਵਿੱਚ ਵਾਰ-ਵਾਰ ਇੱਕੋ ਗੱਲ ਕਹੀ ਗਈ ਹੈ, ਜੇਕਰ ਸਾਈਮੈਟਿਕਸ ਨਹੀਂ ਹੈ ਤਾਂ ਦਵਾਈਆਂ ਸ਼ਾਇਦ ਕੰਮ ਹੀ ਨਾ ਕਰਨ, ਉਹ ਬੇਅਸਰ ਹੋ ਸਕਦੀਆਂ ਨੇ। ਸੋ ਇਸ ਪੂਰੇ ਸਿਸਟਮ ਨੂੰ, ਇਸ ਸਾਰੇ ਆਈਡੀਆ ਨੂੰ ਇੱਕ ਛੋਟੀ ਜਿਹੀ ਇਕੁਏਸ਼ਨ ਵਿੱਚ ਬੰਨ੍ਹ ਦਿੱਤਾ ਗਿਆ ਹੈ। E = O + IA। ਤੁਸੀਂ ਕਹਿ ਸਕਦੇ ਹੋ ਕਿ ਇਸ ਪੂਰੀ ਥਿਊਰੀ ਦਾ ਦਿਲ ਹੈ, ਜਿੱਥੇ ਸਾਰੀਆਂ ਚੀਜ਼ਾਂ ਆ ਕੇ ਆਪਸ ਵਿੱਚ ਜੁੜ ਜਾਂਦੀਆਂ ਨੇ। ਚਲੋ ਹੁਣ ਇਸ ਇਕੁਏਸ਼ਨ ਨੂੰ ਥੋੜਾ ਖੋਲ ਕੇ ਸਮਝਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਕੀ ਹੁੰਦਾ ਹੈ? ਹਾਈਡਰੋਫੋਬਿਕ, ਜਿਸ ਨੂੰ ਆਪਾਂ O ਕਵਾਂਗੇ, ਅਤੇ ਹਾਈਡਰੋਫਿਲਿਕ, ਜਿਸ ਨੂੰ ਆਪਾਂ A ਕਵਾਂਗੇ। ਇਹ ਦੋਵੇਂ ਘੋਲ ਮਿਲਦੇ ਨੇ, ਠੀਕ ਹੈ? ਫਿਰ ਜਿੱਥੇ ਇਹ ਮਿਲਦੇ ਨੇ ਉੱਥੇ ਇੱਕ ਜੰਕਸ਼ਨ ਪੁਆਇੰਟ ਬਣਦਾ ਹੈ, ਜਿਸ ਨੂੰ I ਕਿਹਾ ਗਿਆ ਹੈ। ਇਸੇ ਪ੍ਰਕਿਰਿਆ ਤੋਂ ਬਣਦੇ ਨੇ ਉਹ ਜੈਨਸ ਪਾਰਟੀਕਲਸ। ਤੇ ਆਖਿਰ ਵਿੱਚ ਇਸ ਪੂਰੇ ਸਿਸਟਮ ਨੂੰ, ਇਸ ਪੂਰੀ ਪ੍ਰਕਿਰਿਆ ਨੂੰ ਚਲਾਉਣ ਤੇ ਕੰਟਰੋਲ ਕਰਨ ਲਈ ਸਾਈਮੈਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇਹ ਥਿਊਰੀ ਸਿਰਫ ਲੈਬ ਜਾਂ ਬਾਇਓਲੋਜੀ ਤੱਕ ਸੀਮਿਤ ਨਹੀਂ ਹੈ। ਨਹੀਂ, ਇਸੇ ਸੋਚ ਨੂੰ, ਇਸੇ ਫਾਰਮੂਲੇ ਨੂੰ ਪੂਰੀ ਦੁਨੀਆ ਦੇ ਸਿਸਟਮ ਤੇ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਜਿਵੇਂ ਕਿ ਦਵਾਈਆਂ ਦੇ ਪੇਟੈਂਟ ਕਿਵੇਂ ਹੋਣੇ ਚਾਹੀਦੇ ਨੇ, ਰਿਸਰਚ ਕਿਵੇਂ ਹੋਣੀ ਚਾਹੀਦੀ ਹੈ, ਇਹ ਸਭ ਕੁਝ। ਇੱਥੇ ਆਪਾਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਮੌਜੂਦਾ ਸਿਸਟਮ ਤੇ ਜਿਹੜਾ ਨਵਾਂ ਸਿਸਟਮ ਸੁਝਾਇਆ ਗਿਆ ਹੈ,
ਉਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦੇਖੋ, ਅੱਜਕੱਲ ਪੇਟੈਂਟ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਂ ਤੇ ਹੁੰਦੇ ਨੇ ਤੇ ਮਕਸਦ ਹੁੰਦਾ ਹੈ ਪੈਸਾ ਕਮਾਉਣਾ। ਪਰ ਇਹ ਨਵਾਂ ਸਿਸਟਮ ਕਮਿਊਨਿਟੀ ਯਾਨੀ ਸਾਂਝੇ ਪੇਟੈਂਟ ਦੀ ਗੱਲ ਕਰਦਾ ਹੈ, ਜਿੱਥੇ ਮਕਸਦ ਪੈਸਾ ਨਹੀਂ ਸਗੋਂ ਸਾਰਿਆਂ ਦੀ ਖੁਸ਼ਹਾਲੀ ਹੋਵੇ। ਇਸੇ ਤਰ੍ਹਾਂ ਰਿਸਰਚ ਨੂੰ ਵੀ ਵੰਡਣ ਦਾ ਸੁਝਾਅ ਹੈ, ਦੇਸ਼ ਮੁੱਖ ਦਵਾਈਆਂ ਤੇ ਕੰਮ ਕਰਨ ਤੇ ਸੂਬੇ ਸਹਾਇਕ ਦਵਾਈਆਂ ਤੇ, ਤਾਂ ਕਿ ਹਰ ਪੱਧਰ ਤੇ ਕੰਮ ਹੋ ਸਕੇ। ਸੋ ਕੁੱਲ ਮਿਲਾ ਕੇ ਟੀਚਾ ਇਹ ਹੈ, ਇੱਕ ਅਜਿਹਾ ਕਮਿਊਨਿਟੀ ਯੂਨਿਟਰੀ ਪੇਟੈਂਟ ਸਿਸਟਮ ਬਣਾਇਆ ਜਾਵੇ ਜੋ ਕਿਸੇ ਇੱਕ ਕੰਪਨੀ ਜਾਂ ਦੇਸ਼ ਦਾ ਨਾ ਹੋਵੇ, ਸਗੋਂ ਸਾਰੀ ਮਨੁੱਖਤਾ ਲਈ ਹੋਵੇ, ਖਾਸ ਤੌਰ ਤੇ ਉਦੋਂ ਜਦੋਂ ਕੋਈ ਵੱਡੀ ਮਹਾਮਾਰੀ ਫੈਲੀ ਹੋਵੇ। ਅਤੇ ਹੁਣ ਆਪਾਂ ਪਹੁੰਚਦੇ ਹਾਂ ਇਸ ਥਿਊਰੀ ਦੇ ਸਭ ਤੋਂ ਹੈਰਾਨ ਕਰਨ ਵਾਲੇ, ਸਭ ਤੋਂ ਦਿਲਚਸਪ ਹਿੱਸੇ ਤੇ, ਇੱਕ ਅਜਿਹੀ ਥਾਂ ਜਿੱਥੇ ਬਾਇਓਲੋਜੀ ਨੂੰ ਸਿੱਧਾ ਸੰਗੀਤ ਅਤੇ ਭਾਸ਼ਾ ਨਾਲ ਜੋੜ ਦਿੱਤਾ ਗਿਆ ਹੈ। ਇੱਥੇ ਗੁਰਮੁਖੀ ਸੰਗੀਤ ਦਾ ਜ਼ਿਕਰ ਕੀਤਾ ਗਿਆ ਹੈ। ਦਾਅਵਾ ਇਹ ਹੈ ਕਿ ਗੁਰਮੁਖੀ ਸੰਗੀਤ ਪ੍ਰਣਾਲੀ ਵਿੱਚ ਉਹ ਤਾਕਤ ਹੈ ਜੋ ਦੁਨੀਆ ਦੇ ਸਾਰੇ ਵੱਖ-ਵੱਖ ਸੰਗੀਤਾਂ ਨੂੰ ਇੱਕ ਧਾਗੇ ਵਿੱਚ ਪਰੋ ਸਕਦੀ ਹੈ। ਇਸ ਨੂੰ ਸੰਗੀਤ ਦਾ ਯੂਨੀਵਰਸਲ ਗ੍ਰਾਮਰ ਦਾ ਨਾਂ ਦਿੱਤਾ ਗਿਆ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਮਸ਼ਹੂਰ ਭਾਸ਼ਾ ਵਿਗਿਆਨੀ ਨੋਮ ਚੌਮਸਕੀ ਨੇ ਕਿਹਾ ਸੀ ਕਿ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦਾ ਇੱਕ ਸਾਂਝਾ ਯੂਨੀਵਰਸਲ ਗ੍ਰਾਮਰ ਹੁੰਦਾ ਹੈ। ਸੋ ਇਹ ਥਿਊਰੀ ਸੰਗੀਤ, ਵਾਈਬ੍ਰੇਸ਼ਨਸ ਤੇ ਇਲਾਜ ਦੇ ਤਰੀਕਿਆਂ ਨੂੰ ਇੱਕੋ ਸਾਂਝੇ ਪੈਟਰਨ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਤਾਂ ਫਿਰ ਅਖੀਰ ਵਿੱਚ ਆਪਾਂ ਇਸ ਇੱਕ ਵੱਡੇ ਸਵਾਲ ਤੇ ਆ ਕੇ ਰੁਕ ਜਾਂਦੇ ਹਾਂ ਕਿ ਇਹ ਹੋ ਸਕਦਾ ਹੈ ਕਿ ਜਿਹੜੇ ਕੁਦਰਤੀ ਨਿਯਮ, ਜਿਹੜੇ ਪੈਟਰਨ ਸੰਗੀਤ, ਭਾਸ਼ਾ ਅਤੇ ਵਾਈਬ੍ਰੇਸ਼ਨ ਨੂੰ ਚਲਾਉਂਦੇ ਨੇ, ਉਹੀ ਨਿਯਮ, ਉਹੀ ਪੈਟਰਨ ਸਾਡੇ ਸਰੀਰ, ਸਾਡੀ ਬਾਇਓਲੋਜੀ ਦੇ ਸਭ ਤੋਂ ਡੂੰਘੇ ਭੇਤਾਂ ਦੀ ਚਾਬੀ ਹੋਣ? ਇਹ ਇੱਕ ਬਹੁਤ ਵੱਡਾ ਸਵਾਲ ਹੈ ਅਤੇ ਇਸ ਬਾਰੇ ਸੋਚਣਾ ਯਕੀਨਨ ਬਣਦਾ ਹੈ।